देखो बेटे ਜਿਹੜਾ ਆਪਾਂ ਕੁਐਸਚਨ ਤਿਆਰ ਕਰ ਰਹੇ ਹਾਂ ਉਹ ਹੈਗਾ ਕਾਸਟ ਮੈਨੇਜਮੈਂਟ, ਇਹਦੀ ਨੀਡ, ਇੰਪੋਰਟੈਂਸ ਐਂਡ ਵਾਟ ਆਰ ਦਾ ਵੇਰੀਅਸ ਐਪਲੀਕੇਸ਼ਨਸ ਦਾ ਮਤਲਬ ਹੁੰਦਾ ਵਾ ਕਿ ਇਹ ਕਿੱਥੇ ਕਿੱਥੇ ਯੂਜ਼ ਹੁੰਦੀ ਹੈ। ਸੋ ਪਹਿਲਾਂ ਮੈਂ ਤੁਹਾਨੂੰ ਇੱਕ ਮੀਨਿੰਗ ਸਮਝਾ ਦਾਂ। ਕਾਸਟ ਮੈਨੇਜਮੈਂਟ ਇਜ਼ ਯੂਜ਼ਡ to describe the approaches and activities of manager in the short term and long term planning and control decision that increase the value for customer and lower the cost of production। ਕਾਸਟ ਮੈਨੇਜਮੈਂਟ ਦਾ ਜੇ ਕੁਛ ਨਹੀਂ ਹੈਗਾ, ਇੱਕ ਟੈਕਨੀਕ ਆ ਜਿਹਦੇ ਨਾਲ ਅਸੀਂ ਆਪਣੀ ਆਰਗੇਨਾਈਜੇਸ਼ਨ ਦੀ ਕਾਸਟ ਨੂੰ ਮੈਨੇਜ ਕਰਦੇ ਹਾਂ ਕਿ ਕਿਵੇਂ ਆਪਾਂ ਆਪਣੀ ਵੇਸਟੇਜ ਘਟਾ ਕੇ ਕਸਟਮਰ ਨੂੰ ਇੱਕ ਅਫੋਰਡੇਬਲ ਪ੍ਰੋਡਕਟ ਪ੍ਰਾਈਸ ਪ੍ਰੋਵਾਈਡ ਕਰ ਸਕੀਏ ਅਤੇ ਸਾਡਾ ਜਿਹੜੀ ਪ੍ਰੋਫਿਟੇਬਿਲਿਟੀ ਆ ਉਹ ਇਨਕਰੀਜ਼ ਹੋ ਸਕੇ, ਦੋਨਾਂ ਨੂੰ ਫਾਇਦਾ ਹੋਵੇ। ਸੋ ਹਾਊ ਟੂ ਮੈਨੇਜ ਯੂਅਰ ਕਾਸਟ ਇਜ਼ ਕਾਸਟ ਮੈਨੇਜਮੈਂਟ। ਇਹ ਕਾਸਟ ਮੈਨੇਜਮੈਂਟ ਇੱਕ ਇੱਦਾਂ ਦਾ ਪ੍ਰੋਸੈਸ ਆ ਜਿਹੜਾ ਆਈਡੈਂਟੀਫਾਈ ਕਰਦਾ ਜਾਂ ਕਲੈਕਟ ਕਰਦਾ ਜਾਂ ਕਲਾਸੀਫਾਈ ਕਰਦਾ ਉਹ ਇਨਫੋਰਮੇਸ਼ਨ ਜਿਹੜੀ ਮੈਨੇਜਮੈਂਟ ਨੂੰ ਹੈਲਪ ਕਰਦੀ ਆ ਕਿ ਕਿਸੇ ਪ੍ਰੋਡਕਟ ਨੂੰ ਬਣਾਉਣ ਦੀ ਸਾਡੀ ਕਿੰਨੀ ਕਾਸਟ ਪੈ ਸਕਦੀ ਆ, ਅਸੀਂ ਕਿੱਦਾਂ ਵੇਸਟੇਜ ਨੂੰ ਘਟਾ ਸਕਦੇ ਹਾਂ ਤਾਂ ਕਿ ਸਾਡੀ ਪ੍ਰੋਫਿਟੇਬਿਲਿਟੀ ਇਨਹੈਂਸ ਹੋਵੇ ਅਤੇ ਸਾਡੀ ਕਾਸਟ ਆਫ ਪ੍ਰੋਡਕਸ਼ਨ ਫਾਲ ਹੋਵੇ ਅਤੇ ਅਸੀਂ ਅਫੋਰਡੇਬਲ ਪ੍ਰੋਡਕਟ ਆਪਣੇ ਕਸਟਮਰ ਨੂੰ ਪ੍ਰੋਵਾਈਡ ਕਰ ਸਕੀਏ। ਠੀਕ ਹੈ। ਉਸ ਤੋਂ ਬਾਅਦ ਰਾਜੇ ਇਹਦੇ ਐਡਵਾਂਟੇਜਿਸ, ਕਿਉਂਕਿ ਮੈਂ ਦੱਸਿਆ ਹੀ ਆ ਪਹਿਲਾਂ ਕਿ ਜਿਹੜਾ ਨੈਕਸਟ ਕੁਐਸਚਨ ਇਹਦਾ ਜਿਹੜਾ ਕੁਐਸਚਨ ਆਪਾਂ ਕਰ ਰਹੇ ਹਾਂ ਉਹਦੇ 'ਚ ਇਹਦੀ ਇੰਪੋਰਟੈਂਸ ਆ। ਸੋ ਐਡਵਾਂਟੇਜਿਸ ਐਂਡ ਇੰਪੋਰਟੈਂਸ ਆਰ ਆਲਮੋਸਟ ਸੇਮ ਥਿੰਗ। ਸੋ ਕਾਸਟ ਮੈਨੇਜਮੈਂਟ ਹੈਲਪ ਕਰਦੀ ਆ ਪਲੈਨਿੰਗ ਦੀ, ਸਾਨੂੰ ਕਾਸਟ ਦੀ ਪਲੈਨਿੰਗ, ਸਟ੍ਰੈਟਜਿਕ ਪਲੈਨਿੰਗ ਹੋ ਜਾਂਦੀ ਹੈ ਕਿ ਅਸੀਂ ਪ੍ਰੋਡਕਟ ਕਿਹੜੇ ਸਟੈਪਸ ਦੇ ਥਰੂ ਸਾਡਾ ਪ੍ਰੋਡਕਟ ਪਾਸ ਹੋਣਾ ਚਾਹੀਦਾ। ਅਸੀਂ ਅਨਨੈਸੈਸਰਲੀ ਜਿਹੜੇ ਸਾਡੇ ਪ੍ਰੋਸੈਸ ਇਨਵੋਲਵਡ ਹੁੰਦੇ ਨੇ ਉਹਨਾਂ ਨੂੰ ਅਸੀਂ ਐਲੀਮੀਨੇਟ ਕਰ ਦਿੰਦੇ ਹਾਂ, ਖ਼ਤਮ ਕਰ ਦਿੰਦੇ ਹਾਂ। ਸੋ ਇਟ ਵਿਲ ਬੀ ਵੈਨ। ਉਸ ਤੋਂ ਬਾਅਦ ਇਟ ਹੈਲਪ ਇਨ ਇੰਪਰੂਵਿੰਗ ਦਾ ਪ੍ਰੋਡਕਟੀਵਿਟੀ ਐਂਡ ਪ੍ਰੋਫਿਟ ਮਾਰਜਨ। ਅੰਡਰਸਟੂਡ ਦੀ ਗੱਲ ਆ, ਜਦੋਂ ਤੁਸੀਂ ਕਾਸਟ ਨੂੰ ਵਧੀਆ ਮੈਨੇਜ ਕਰੋਗੇ ਤੁਹਾਡੇ ਵੇਸਟੇਜ ਘਟੂਗੀ, ਤੁਹਾਡੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਤੁਸੀਂ ਇਫੈਕਟਿਵਲੀ ਯੂਜ਼ ਕਰੋਗੇ ਤਾਂ ਤੁਹਾਡੀ ਪ੍ਰੋਡਕਟੀਵਿਟੀ ਵਧਣੀ ਆ ਅਤੇ ਤੁਹਾਡੀ ਪ੍ਰੋਫਿਟੇਬਿਲਿਟੀ ਵੀ ਵਧਣੀ ਆ। ਅਤੇ ਤੁਹਾਡੀ ਨੈਕਸਟ ਪੁਆਇੰਟ ਤੁਸੀਂ ਇਹ ਵੀ ਲਿਖ ਸਕਦੇ ਹੋ ਜਾਂ ਲਿਖਿਆ ਵੀ ਹੋਊਗਾ ਕਿ ਕਾਸਟ ਮਿਨੀਮਾਈਜ਼ ਹੁੰਦੀ ਹੈ। ਥਰਡ ਪੁਆਇੰਟ ਉਹਨਾਂ ਨੇ ਇਹੀ ਲਿਖਿਆ। ਤੀਜਾ, ਇੱਕ ਗੁੱਡਵਿਲ ਕ੍ਰੀਏਟ ਕਰਨ ਦੇ ਵਿੱਚ ਹੈਲਪ ਕਰਦਾ ਵਾ। ਚੌਥਾ, ਇਹਦੇ ਨਾਲ ਕੀ ਹੁੰਦਾ ਵਾ, ਤੁਸੀਂ ਸਾਰੇ ਪ੍ਰੋਸੈਸਿਸ ਦੇਖੋ ਬੇਟੇ, ਕਾਸਟ ਮੈਨੇਜਮੈਂਟ ਦਾ ਮਤਲਬ ਤੁਸੀਂ ਕਾਸਟ ਦੇ ਸਾਰੇ ਪ੍ਰੋਸੈਸਿਸ ਨੂੰ ਡੈਪਥ ਦੇ ਵਿੱਚ ਜਾ ਕੇ ਸਟੱਡੀ ਕਰਦੇ ਹੋ ਕਿ ਕਿੱਥੇ ਕਿੱਥੇ ਆਪਾਂ ਕਾਸਟ ਘਟਾ ਸਕਦੇ ਹਾਂ। ਠੀਕ ਹੈ, ਕਿ ਮੈਂ ਇੱਥੋਂ ਬਚਾ ਸਕਦਾ ਪੈਸੇ, ਇੱਥੋਂ ਬਚਾ ਸਕਦਾ, ਆਹ ਸਟੈਪ ਦੀ ਲੋੜ ਨਹੀਂ ਹੈਗੀ, ਇਹਨੂੰ ਮੈਂ ਇਕੱਠਾ ਕਰ ਸਕਦਾ ਵਾਂ। ਸੋ ਇਹਦੇ ਨਾਲ ਵੇਸਟੇਜ ਘਟਦੀ ਆ। ਵੇਸਟੇਜ ਘਟਣ ਨਾਲ ਬੇਟੇ ਅੰਡਰਸਟੂਡ ਜੀ ਗੱਲ ਆ, ਤੁਹਾਡੀ ਪ੍ਰੋਡਕਟੀਵਿਟੀ ਵੱਧਦੀ। ਨੈਕਸਟ ਹੈਗਾ ਬੇਟੇ, ਜਿਹੜਾ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ, ਇਹਨੂੰ ਜ਼ਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ। ਜਿਹੜੀ ਕਾਸਟ ਮੈਨੇਜਮੈਂਟ ਦਾ ਪਾਰਟ ਹੀ ਆ ਸਟ੍ਰੈਟਜਿਕ ਕਾਸਟ ਮੈਨੇਜਮੈਂਟ। ਜਦੋਂ ਤੁਸੀਂ ਕਾਸਟ ਮੈਨੇਜਮੈਂਟ ਦਾ ਮੀਨਿੰਗ ਲਿਖੋਗੇ ਤਾਂ ਸਟ੍ਰੈਟਜਿਕ ਕਾਸਟ ਮੈਨੇਜਮੈਂਟ ਵਿੱਚ ਲਿਖ ਦੇਣੀ ਆ। It is the managerial use of cost information towards one or more of the four stages of strategic management for formulating strategies, communicating these strategies, developing and carry out the tactics to implement these strategies to monitor the success objectives। ਸਿੰਪਲ ਜੀ ਗੱਲ ਆ ਜੀ, ਜਦੋਂ ਅਸੀਂ ਕਾਸਟ ਮੈਨੇਜਮੈਂਟ ਦੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਹਾਂ ਕਾਸਟ ਦੀਆਂ ਸਟ੍ਰੈਟਜੀਜ਼ ਬਣਾਉਣ ਵਾਸਤੇ, ਉਹਨਾਂ ਨੂੰ ਪਲਾਨ ਆਊਟ ਕਰਨ ਵਾਸਤੇ, ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ, ਉਹ ਕਈ ਸਾਰੇ ਟੈਕਟਸ ਕਿਹੜੇ ਯੂਜ਼ ਕੀਤੇ ਜਾਣਗੇ, ਕਿਹੜੇ ਟੂਲਸ ਯੂਜ਼ ਕੀਤੇ ਜਾਣਗੇ ਤਾਂ ਕਿ ਸਾਡੀਆਂ ਜਿਹੜੀਆਂ ਸਟ੍ਰੈਟਜੀਜ਼ ਆ ਅਸੀਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਸਕੀਏ, ਉਹ ਸਾਡੀ ਕਾਸਟ ਮੈਨੇਜਮੈਂਟ ਹੈਗੀ ਆ ਸਟ੍ਰੈਟਜਿਕ। ਠੀਕ ਹੈ। ਸੋ ਸਟ੍ਰੈਟਜਿਕ ਕਾਸਟ ਮੈਨੇਜਮੈਂਟ ਇਜ਼ ਇਮਰਸਡ ਐਜ਼ ਅ ਕੀ ਐਲੀਮੈਂਟ ਟੂ ਅਟੇਨ and sustain competitive advantages through the long term anticipation and formation of cost level। ਇਹਦੇ 'ਚ ਬੇਟੇ ਅਸੀਂ ਕਾਸਟ ਲੈਵਲ ਡਿਸਾਈਡ ਕਰ ਦਿੰਦੇ ਹਾਂ ਕਿ ਇਸ ਮਤਲਬ ਸਟੈਂਡਰਡ ਡਿਸਾਈਡ ਕਰ ਦਿੰਦੇ ਹਾਂ ਕਿ ਇਸ ਲੈਵਲ ਤੋਂ ਵੱਧ ਸਾਡੀ ਕਾਸਟ ਨਹੀਂ ਜਾਣੀ ਚਾਹੀਦੀ। ਕਾਸਟ ਦਾ ਸਟਰਕਚਰ ਮਤਲਬ ਕਿ ਕਾਸਟ ਦੇ ਵਿੱਚ ਕਿੰਨੇ ਪ੍ਰੋਸੈਸ ਇਨਵੋਲਵ ਹੋਣਗੇ ਉਹ ਡਿਜ਼ਾਈਨ ਕਰ ਦਿੰਦੇ ਹਾਂ। ਠੀਕ ਹੈ ਨਾ। ਵਾਟ ਵਿਲ ਬੀ ਦਾ ਰਿਸੋਰਸਿਸ, ਕਿਵੇਂ, ਉਹੀ ਮੇਨ ਨੋਰਮਲ ਜਿਹੀਆਂ ਗੱਲਾਂ ਕਿ ਕਿਹੜੇ ਪ੍ਰੋਸੈਸ ਆਪਾਂ ਨੂੰ ਐਲੀਮੀਨੇਟ ਕਰ ਦੇਣੇ ਚਾਹੀਦੇ ਆ, ਇਹ ਸਾਰੀਆਂ ਚੀਜ਼ਾਂ ਇਹਦੇ 'ਚ ਆ ਜਾਂਦੀਆਂ ਹਜੇ। ਠੀਕ ਹੈ। ਉਸ ਤੋਂ ਬਾਅਦ ਦੇਖੋ ਰਾਜੇ, ਇਹਦੀ ਇੰਪੋਰਟੈਂਸ ਸਾਨੂੰ ਦਿੱਤੀ ਹੋਈ ਆ ਥਰੂ ਦਾ ਫਰੇਮਵਰਕ। ਇੰਪੋਰਟੈਂਸ ਨੂੰ ਆਪਾਂ ਐਡਵਾਂਟੇਜਸ ਦੇ ਥਰੂ ਵੀ ਕਵਰ ਕਰ ਸਕਦੇ ਹਾਂ। ਦੇਖੋ, ਐਡਵਾਂਟੇਜਸ ਆਫ ਸਟ੍ਰੈਟਜਿਕ ਕਾਸਟ ਮੈਨੇਜਮੈਂਟ, it has developed a framework for reviewing the strategic allocation of resources। basically main purpose strategic cost management ਦਾ ਇਹੀ ਹੁੰਦਾ ਰਾਜੇ ਕਿ ਅਸੀਂ strategic allocation of resources ਨੂੰ ਰਿਵਿਊ ਕਰ ਸਕੀਏ ਕਿ ਕਿਹੜੇ ਸਾਡੇ ਕੋਲ ਰਿਸੋਰਸਿਸ ਆ ਕਾਸਟ ਦੇ ਅਤੇ ਅਸੀਂ ਉਹਨਾਂ ਨੂੰ ਪ੍ਰੋਪਰ ਆਪਟੀਮਮ ਯੂਟੀਲਾਈਜੇਸ਼ਨ ਕਰ ਸਕੀਏ।
दूजा स्टैप होंदा जी इंप्रूव द बिजनेस कॉस्ट ड्राइवर। बेटे बेटे बहुत सारे कॉस्ट ड्राइवर्स आ ਜਿਹੜੇ ਇਨਵੋਲਵ ਹੁੰਦੇ ਨੇ। ਮੇਨ ਪਰਪਸ ਕਾਸਟ ਮੈਨੇਜਮੈਂਟ ਦਾ ਇਹ ਵੀ ਹੁੰਦਾ ਕਿ ਇਹਨਾਂ ਕਾਸਟ ਡਰਾਈਵਰਸ ਨੂੰ ਆਪਾਂ ਇਫੈਕਟਿਵਲੀ ਯੂਜ਼ ਕਰ ਸਕੀਏ। ਇਟ ਹੈਜ਼ ਇਨੇਬਲਡ ਦ ਬਿਜ਼ਨਸ ਟੂ ਐਕਸੈਸ ਐਟ ਹਾਈ ਲੈਵਲ ਐਂਡ ਲੋ ਐਕਟੀਵਿਟੀ ਬੇਸਡ ਟੈਕਨੀਕਸ ਕੈਨ ਬੀ ਡਿਪਿਊਟਡ ਐਟ ਡਿਫਰੈਂਟ ਲੈਵਲਸ ਇਨ ਦ ਬਿਜ਼ਨਸ ਟੂ ਇੰਪਰੂਵ ਇਟਸ ਕਾਸਟ। ਰਾਜੇ ਮੈਂ ਤੁਹਾਨੂੰ ਪਹਿਲੇ ਹੀ ਦੱਸ ਕੇ ਹਟਿਆ, ਕਾਸਟ ਮੈਨੇਜਮੈਂਟ ਦਾ ਮਕਸਦ ਹੁੰਦਾ ਕਿ ਆਪਾਂ ਹਰੇਕ ਲੈਵਲ ਦੀ ਕਾਸਟ ਘਟਾਉਣੀ ਹੈ। मतलब हरेक स्टैप ते कॉस्ट घटाउणी आ ताकि साडा कॉस्ट भी घटे तो कस्टमर आ जिहड़ा एक अफोर्डेबल प्रोडक्ट आ जिहड़ा उहनूं मिल सके। ठीक है, हुण बेटे जिहड़ा मैं तुहानूं दस्सिया ना एप्लीकेशनस एंड टैक्नीक्स वो की हुंदियां ने। एप्लीकेशनस एंड टैक्नीक मतलब ਉਹਦਾ मतलब ये हुंदा वा कि आपां कॉस्ट एप्लीकेशनस ऑफ कॉस्ट मैनेजमेंट ਜਿਹੜਾ मैं तुहानूं दस्सिया कि आपां टॉपिक करना ਉਹਦਾ मतलब की हुंदा वा कि कॉस्ट मैनेजमेंट कित्थे कित्थे यूज़ हुंदी है या कॉस्ट मैनेजमेंट का दायरा की आ, ਉਹਦੇ डिफरेंट एरियाज़ की ने। वो ये सारिया चीज़ां बेसिकली आ वा जी ਉਹਦੇ एरियाज़ ਜਿਹੜੀਆਂ टैक्नीक्स मतलब आ ਉਹਦਾ ਕਹਿ ਸਕਦੇ ਹੋ ਇਹ ਉਹਦਾ ਸਕੋਪ ਆ ਕਿ ਜਿੱਥੇ ਜਿੱਥੇ कॉस्ट मैनेजमेंट यूज़ ਹੁੰਦੀ ਹੈ। ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹਦੀਆਂ 12 ਟੈਕਨੀਕਸ ਨੇ ਜੋ ਤੁਸੀਂ ਐਪਲੀਕੇਸ਼ਨਸ ਦੀ ਜਗ੍ਹਾ ਲਿਖ ਸਕਦੇ ਹੋ ਜਾਂ ਏਰੀਆਜ਼ ਦੀ ਜਗ੍ਹਾ। ਜਿਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਵਾ ਐਕਟੀਵਿਟੀ ਬੇਸ ਕਾਸਟਿੰਗ। ਐਕਟੀਵਿਟੀ ਬੇਸ ਕਾਸਟਿੰਗ ਕੀ ਹੁੰਦਾ ਰਾਜੇ ਦੇਖੋ, ਕਹਿੰਦਾ ਦ ਮੇਨ ਪ੍ਰਿੰਸੀਪਲ ਆਫ ਐਕਟੀਵਿਟੀ ਬੇਸ ਕਾਸਟਿੰਗ ਸਟੇਟ ਦੈਟ ਐਕਟੀਵਿਟੀ ਕਾਸਟ ਟੂ ਕੰਟਰੋਲ ਕਾਸਟ ਐਕਟੀਵਿਟੀਜ਼ ਮਸਟ ਬੀ ਕੰਟਰੋਲ ਅੰਡਰ ABC ਸਿਸਟਮ the activities are identified and expenses related to each activities are clubbed together to get the activity wise expenses. A cost driver for each activity is selected and finally the cost of product is time out. ABC is the primary source of information for activity based management. ABC is a basically top down approach where top management exploits information where the top management export information and driven from ABC. ਇਹਨੂੰ ਮੈਂ ਮੋਟੀ ਮੋਟੀ ਗੱਲ ਦੱਸਦਾ। ABC ਐਨਾਲਿਸਿਸ ਦਾ ਮਤਲਬ ਕੀ ਹੁੰਦਾ ਰਾਜੇ, ਇਹ ਨਾ ਪ੍ਰੋਡਕਟ ਨੂੰ 3 ਪਾਰਟ 'ਚ ਵੰਡ ਲੈਂਦੇ ਨੇ, ਮਹਿੰਗਾ, ਸਸਤਾ, ਉਸ ਤੋਂ ਸਸਤਾ। ਮੈਨੇਜਮੈਂਟ ਨੇ ਜਿਹੜਾ ਮਹਿੰਗਾ ਪ੍ਰੋਡਕਟ ਹੁੰਦਾ ਵਾ ਉਹਦੇ 'ਤੇ ਸਭ ਤੋਂ ਜ਼ਿਆਦਾ ਕੰਟਰੋਲ ਕਰਨਾ ਹੁੰਦਾ, ਉਸ ਤੋਂ ਘੱਟ ਉਸ ਤੋਂ ਸਸਤੇ ਤੇ ਉਸ ਤੋਂ ਘੱਟ ਉਸ ਤੋਂ ਸਸਤੇ। ਸੋ ABC ਟੈਕਨੀਕ ਇਹ ਆ ਬੇਸਿਕਲੀ ਕਿ ਤੁਸੀਂ ਆਇਡੈਂਟੀਫਾਈ ਕਰ ਲੈਣੀਆਂ ਵਾ ਕਿ ਕਿਹੜੇ ਰॉ ਮਟੀਰੀਅਲ ਦੇ ਵਿੱਚ ਜਾਂ ਕਿੱਥੇ ਕਾਸਟ ਜ਼ਿਆਦਾ ਇਨਵੋਲਵਡ ਆ, ਉਸ ਤੋਂ ਘੱਟ ਕਿੱਥੇ ਇਨਵੋਲਵਡ ਆ, ਉਸ ਤੋਂ ਫਿਰ ਤਿੰਨਾਂ ਦੇ ਉੱਤੇ ਰੈਗੂਲੇਟ ਕਰਨਾ। ਠੀਕ ਹੈ ਨਾ, ताकि वेस्टेज ना हो। राइट, ABC का मतलब ये होंगे। टारगेट कॉस्टिंग का मतलब की होंगे राजे, सब तो पहला तुसीं अपनी टारगेट सेल टारगेट फिक्स कर लेना कि वट विल बी योर टारगेट सेल। दैन तुसीं अपना कढ़ लेना वट विल बी योर टारगेट प्रॉफिट। मैं 2000 रुपये की सेल करना चाहना, मैं उत्ते 500 रुपया कमाना चाहना, दैन मेरी कॉस्ट कितनी होनी चाहिए? 2000 माइनस 500, 1500 मेरी टारगेट कॉस्ट होगी। सो टारगेट कॉस्टिंग की हुंदा वा, कहंदा ਇਹਦੇ ਵਿੱਚ ਕੀ ਆ ਕਿ ਪ੍ਰਾਈਸ ਕਿਵੇਂ ਬਣਦਾ ਵਾ, ਕਾਸਟ ਪਲੱਸ ਪ੍ਰੋਫਿਟ। ਲੇਕਿਨ ਇਹਦੇ 'ਚ ਆਪਾਂ ਕਾਸਟ ਕਿਵੇਂ ਕੱਢਦੇ ਆ, ਪ੍ਰਾਈਸ ਮਾਈਨਸ ਟਾਰਗੇਟ ਪ੍ਰੋਫਿਟ। ਸਮਝ ਆ ਗਈ ਮੇਰੀ ਗੱਲ। ਨੈਕਸਟ ਹੈਗਾ ਜੀ ਟੋਟਲ ਕੁਆਲਿਟੀ ਮੈਨੇਜਮੈਂਟ ਟੈਕਨੀਕਸ। ਟੋਟਲ ਕੁਆਲਿਟੀ ਮੈਨੇਜਮੈਂਟ ਟੈਕਨੀਕਸ ਕੀ ਦੱਸਦੀ ਆ, ਇਹ ਦੱਸਦੀ ਆ ਰਾਜੇ ਕਿ ਜਿਹੜਾ ਸਾਡਾ ਫੋਕਸ ਆ ਟੋਟਲ ਕੁਆਲਿਟੀ ਮੈਨੇਜਮੈਂਟ ਮਤਲਬ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ क्वालिटी मेनटेन करना। रॉ मटीरियल अच्छा खरीदना, मशीनरी अच्छा खरीदनी आ, प्रोसैस वधिया तरीके नाल करने आ, लेबर वधिया रखनी आ ताकि जिहड़ा साडा प्रोडक्ट आ वेस्टेज घट तो घट होवे, एक्सपीरियंसड वे दे नाल चलना। टोटल क्वालिटी मैनेजमेंट मीनस कॉन्टीन्यूसली इंप्रूवमेंट। टोटल क्वालिटी मैनेजमेंट is a approach improving the effectiveness and flexibility of business as a whole। मतलब हरेक स्टैप ते पूरे बिजनेस के पॉइंट ऑफ व्यू ना आप क्वालिटी मेनटेन करना। नैक्सट बेंचमार्किंग, कहना इट इज़ डिफाइंड एज द प्रोसैस ऑफ मैजरिंग प्रैक्टिसिंग सर्विसिंग एंड प्रोसैसिंग अगेंस्ट दीज ऑफ ऑर्गेनाइजेशन एंड टू नो टू बी द लीडर्स इन वन और मोर आस्पैक्ट्स ऑफ देयर ऑपरेशंस। बेंचमार्किंग की होंदा बेटे, ये डिटरमाइन करना हु इज़ वेरी बेस्ट, हु सैट द स्टैंडर्ड एंड वट स्टैंडर्ड इज़। बेंचमार्किंग रेफर्स टू द सर्च फॉर द बेस्ट प्रैक्टिस दैट यील्ड द बेंचमार्किंग। बेंचमार्क का मतलब होंदा राजे पहला ये आइडेंटिफाई करना कि कौन सब तो बेस्ट काम कर रहा वा इदां दा, उन्होंने अपना स्टैंडर्ड बनाना। क्योंकि जदों तुसीं बेस्ट, एक पंजाबी जी इंग्लिश कहावत आ कि इफ़ यू आर द मोस्ट इंटैलीजेंट पर्सन इन द रूम दैन चेंज द रूम बिकॉज यू विल गेट नथिंग आउट ऑफ इट।
you will not experience a new experience or you will not enhance your knowledge, ਕਿਉਂਕਿ ਜੇ ਸਿਆਣੇ ਸਭ ਤੋਂ ਜ਼ਿਆਦਾ ਤੁਸੀਂ ਹੋ ਤਾਂ ਤੁਸੀਂ ਉੱਥੇ ਗਲਤ ਹੋ। ਸੋ ਇਹੀ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਸਾਨੂੰ ਆਈਡੈਂਟੀਫਾਈ ਕਰਨਾ ਚਾਹੁੰਦਾ ਕਿ ਕਿਹੜਾ ਵਧੀਆ ਵਾ, ਕਿਹੜਾ ਵਧੀਆ ਕਿ ਮਤਲਬ ਕੀ ਸਟੈਂਡਰਡ ਅੱਛਾ ਵਾ, ਕੀ ਇਹਦੀ ਐਕਸਪਰਟਾਈਜੇਸ਼ਨ ਆ ਕੋਸਟ ਦੀ, ਉਹ ਪਹਿਲਾਂ ਉਹ ਲੱਭੋ, ਪ੍ਰੋਸੈਸ ਲੱਭੋ ਜਾਂ ਬੰਦੇ ਲੱਭੋ ਜਾਂ ਆਰਗੇਨਾਈਜੇਸ਼ਨ ਲੱਭੋ, ਫਿਰ ਉਹਨੂੰ ਬੈਂਚਮਾਰਕ ਕਰੋ, ਉਹ ਸਾਡੇ ਲਈ ਸਟੈਂਡਰਡ ਬਣੂਗਾ। ਸਮਝ ਗਏ ਨਾ ਰਾਜੇ। ਨੈਕਸਟ ਹੈਗਾ ਜੀ ਬਿਜ਼ਨਸ ਪ੍ਰੋਸੈਸ ਰੀ-ਇੰਜੀਨੀਅਰਿੰਗ। ਰਾਜੇ ਦੇਖੋ ਕਦੇ ਵੀ ਰਿਜਿਡ ਨਹੀਂ ਹੋਣਾ ਚਾਹੀਦਾ। ਸਾਡੇ ਬਿਜ਼ਨਸ ਪ੍ਰੋਸੈਸਿਸ ਵਿੱਚ ਇਨਵੋਲਵ ਹੁੰਦੇ ਨੇ, ਕਈ ਤਰ੍ਹਾਂ ਦੇ ਪ੍ਰੋਸੈਸ ਇਨਵੋਲਵ ਹੁੰਦੇ ਨੇ ਜਦੋਂ ਤੁਸੀਂ ਕਰਦੇ ਹੋ ਕੋਸਟ ਮੈਨੇਜਮੈਂਟ। ਸੋ ਯੂ ਵਿਲ ਹੈਵ ਟੂ ਰੀ-ਇੰਜੀਨੀਅਰਿੰਗ, ਯੂ ਵਿਲ ਹੈਵ ਟੂ ਰੀ-ਐਡਰੈਸ, ਯੂ ਵਿਲ ਹੈਵ ਟੂ ਰੀ-ਡਿਜ਼ਾਈਨ ਯੂਰ ਪ੍ਰੋਸੈਸਿਸ ਅਗੇਨ ਐਂਡ ਅਗੇਨ। ਦਿਸ ਇਜ਼ ਕਾਲਡ ਟੋਟਲ ਕੁਆਲਿਟੀ ਮੈਨੇਜਮੈਂਟ ਕਿ ਇੱਕ ਹੀ ਚੀਜ਼ ਤੇ ਬਾਰ-ਬਾਰ ਨਹੀਂ ਦੇਖੋ। ਸਮਟਾਈਮਸ ਇਨੋਵੇਸ਼ਨ ਆਈਡੀਆਜ਼ ਜਦੋਂ ਆਪਾਂ 3-4 ਬੰਦਿਆਂ ਨੂੰ ਇਨਵੋਲਵ ਕਰਦੇ ਹਾਂ, ਨਵਾਂ ਬੰਦਾ ਲੱਗਦਾ, ਇਨੋਵੇਟਿਵ ਸੋਚ ਆਉਂਦੀ ਹੈ, ਤਾਂ ਇਹ ਨਹੀਂ ਹੈਗਾ ਕਿ ਹਾਂਜੀ ਆਹ ਕੰਮ ਇੱਦਾਂ ਹੋਣਾ ਵਾ ਅਤੇ ਇੱਦਾਂ ਹੀ ਚੱਲਣਾ ਵਾ। ਜਸਟ ਰਾਈਟ ਟੂ ਮੇਕ ਅ ਨਿਊ ਵੇਜ਼ ਟੂ ਹੈ ਨਾ, ਰੀ-ਇੰਜੀਨੀਅਰਿੰਗ ਹੋਣੀ ਚਾਹੀਦੀ। ਉਸ ਤੋਂ ਬਾਅਦ ਹੁੰਦਾ ਜੀ ਜਸਟ ਇਨ ਟਾਈਮ ਇਨਵੈਂਟਰੀ ਕੰਟਰੋਲ ਸਿਸਟਮ। ਇਹ ਬੇਟੇ ਇਹ ਹੁੰਦਾ ਵਾ ਅੰਡਰ ਦਿਸ ਸਿਸਟਮ ਕੰਪਨੀ ਸ਼ੁੱਡ ਮੇਨਟੇਨ ਅ ਵੈਰੀ ਮਿਨੀਮਮ ਲੈਵਲ ਆਫ ਐਕਟੀਵਿਟੀ। ਇਹਦੇ 'ਚ ਕੀ ਹੁੰਦਾ, ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਪੰਜਾਬੀ 'ਚ ਇੱਕ ਕਹਾਵਤ ਆ ਕਿ ਜਦੋਂ ਬੰਦੇ 'ਤੇ ਮੁਸੀਬਤ ਪੈਂਦੀ ਬੰਦਾ ਉਦੋਂ ਹੀ ਭੱਜਦਾ ਹੈ ਨਾ, ਇਹ ਉਹੀ ਹਿਸਾਬ ਕਿ ਇਹਦੇ 'ਚ ਕੀ ਹੁੰਦਾ ਕਿ ਤੁਸੀਂ ਜਿਹੜੀ ਇਨਵੈਂਟਰੀ ਹੈ ਬਟ ਇਹਦੇ 'ਚ ਵੇਸਟੇਜ ਨਹੀਂ ਹੁੰਦੀ। ਜਦੋਂ ਘਰ 'ਚ ਤੇਲ ਮੁੱਕਿਆ ਹੋਇਆ ਉਦੋਂ ਦੁਕਾਨ ਤੋਂ ਲੈਣ ਜਾਣਾ, ਫਿਰ ਵੇਸਟੇਜ ਸਵਾਹ ਹੋਣੀ ਹੈ। ਠੀਕ ਹੈ ਨਾ, ਜਸਟ ਇਨ ਟਾਈਮ ਇਹੀ ਹੈ ਕਿ ਵਟ ਐਵਰ ਔਰ ਵੈਨ ਐਵਰ ਦੇਰ ਇਜ਼ ਅ ਨੀਡ ਦ ਥਿੰਗਸ ਵਿਲ ਬੀ ਅਕਵਾਇਰਡ ਓਨਲੀ ਐਟ ਦੈਟ ਟਾਈਮ। ਠੀਕ ਹੈ ਨਾ, ਬਟ ਇਹਦੇ 'ਚ ਰਿਸਕ ਵੀ ਹੁੰਦਾ ਨਾ ਕਿ ਦੁਕਾਨ 'ਤੇ ਤੇਲ ਹੀ ਮੁੱਕ ਜਾਏ, ਕੀ ਕਰੋਗੇ, ਪ੍ਰੋਡਕਸ਼ਨ ਰੁੱਕ ਕੇ ਬਹਿ ਗਏ ਨਾ। ਸੋ ਇਹ ਚੀਜ਼ ਹੁੰਦੀ ਹੈ ਇਹਦੇ ਵਿੱਚ। ਇੱਕ ਹੁੰਦਾ ਬੈਲੈਂਸ ਸਕੋਰ ਕਾਰਡ। ਬੈਲੈਂਸ ਸਕੋਰ ਕਾਰਡ ਇੱਕ ਟੈਕਨੀਕ ਆ ਫॉर ਕਮਿਊਨੀਕੇਟਿੰਗ ਐਂਡ ਇਵੈਲੂਏਟਿੰਗ ਐਂਡ ਅਚੀਵਮੈਂਟ ਆਫ ਦਾ ਸਟ੍ਰੈਟਜੀ। ਇਟ ਹੈਜ਼ ਬੀਨ ਡਿਵੈਲਪਡ, ਇੱਕ ਪਰਸਨ ਨੇ ਦਿੱਤੀ ਆ। ਦ ਟੈਕਨੀਕ ਹੈਜ਼ ਬੀਨ ਅਡੋਪਟਡ ਰੈਪਿਡਲੀ ਗਰੋਇੰਗ ਦਾ ਆਰਗੇਨਾਈਜੇਸ਼ਨ ਟੂ ਹੈਲਪ ਇਫੈਕਟਿਵਲੀ। ਇਹਦੇ ਵਿੱਚ ਰਾਜੇ ਕੁਛ ਨਹੀਂ ਹੁੰਦਾ। ਬੈਲੈਂਸ ਸਕੋਰ ਕਾਰਡ ਦਾ ਮਤਲਬ ਹੁੰਦਾ ਹਰੇਕ ਨੂੰ ਟਾਰਗੇਟ ਦੇ ਦੇਣਾ, ਫਿਰ ਉਹਦਾ ਸਕੋਰ ਕਾਰਡ ਦੇਖਿਆ ਜਾਂਦਾ ਕਿ ਉਹਨੇ ਕਿੰਨੇ ਟਾਰਗੇਟ ਅਚੀਵ ਕੀਤੇ, ਬੈਲੈਂਸਡ, ਨਾ ਕਿਸੇ ਨੂੰ ਓਵਰ ਨਾ ਕਿਸੇ ਨੂੰ ਅੰਡਰ। ਇੱਕ ਟੈਕਨੀਕ ਆ। ਉਸ ਤੋਂ ਬਾਅਦ ਹੁੰਦਾ ਜੀ ਕੇਜ਼ਨ ਕਾਸਟਿੰਗ। ਕੇਜ਼ਨ ਕਾਸਟਿੰਗ ਕੀ ਹੁੰਦਾ, ਕੰਟੀਨਿਊਸਲੀ ਇੰਪਰੂਵਮੈਂਟ। ਇਟ ਇਜ਼ ਜਸਟ ਲਾਈਕ ਟੋਟਲ ਕੁਆਲਿਟੀ ਮੈਨੇਜਮੈਂਟ ਕਿ ਹਰੇਕ ਸਟੈਪ 'ਤੇ ਤੁਸੀਂ ਕੰਟੀਨਿਊਸਲੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿੱਦਾਂ ਨੀਸ਼ਾ ਨੇ ਕਹਿਤਾ ਕਿ ਆਹ ਕੁਐਸਚਨ ਸਰ ਮੈਂ ਇੱਦਾਂ ਲਿਖਿਆ, ਹੋਰ ਇੰਪਰੂਵ ਕਰੋ। ਦੇਅਰ ਮਸਟ ਬੀ ਅ ਚਾਂਸ ਟੂ ਇੰਪਰੂਵ ਯੋਰ ਯੂ ਕੈਨ ਸੇ ਦੈਟ ਪ੍ਰੋਡਕਟੀਵਿਟੀ ਅਗੇਨ ਐਂਡ ਰਾਈਟ। ਉਸ ਤੋਂ ਬਾਅਦ 6 ਸਿਗਮਾ। 6 ਸਿਗਮਾ ਕੀ ਹੁੰਦਾ ਰਾਜੇ, ਇਜ਼ ਮੋਟੋਰੋਲਾ ਕੰਪਨੀ ਨੇ ਇਹ ਟੈਕਨੀਕ ਅਡੋਪਟ ਕੀਤੀ ਸੀ। ਇਟ ਇਜ਼ ਅ ਮਲਟੀ ਫੇਜ਼ਡ ਅਪਰੋਚ ਟੂ ਪ੍ਰੋਸੈਸ ਇੰਪਰੂਵਮੈਂਟ, ਰਿਡਿਊਸ ਕਾਸਟ, ਇਨਕਰੀਜ਼ ਪ੍ਰੋਫਿਟ। ਇਹਦੇ ਵਿੱਚ ਕੀ ਹੁੰਦਾ ਰਾਜੇ, ਇਹਦੇ ਵਿੱਚ ਨਾ 6 ਚੀਜ਼ਾਂ 'ਤੇ ਉਹ ਕੰਮ ਕਰਦੇ ਨੇ, ਤਾਂ ਹੀ ਇਹਨੂੰ 6 ਸਿਗਮਾ ਕਿਹਾ ਜਾਂਦਾ। ਪਹਿਲਾਂ ਚੀਜ਼ ਨੂੰ ਡਿਫਾਈਨ ਕਰਨਾ, ਫਿਰ ਮੈਜਰ ਕਰਨਾ, ਫਿਰ ਐਨਾਲਾਈਜ਼ ਕਰਨਾ, ਫਿਰ ਕੰਟਰੋਲ ਕਰਨਾ। 6 ਸਿਗਮਾ ਇਜ਼ ਟੂ ਇੰਪਰੂਵ ਕਸਟਮਰ ਸੈਟਿਸਫੈਕਸ਼ਨ, ਦੇਅਰ ਬਾਈ profitability of reducing and eliminating defect. The defect may be related to any aspect of customer satisfaction, high product quality, schedule adherences. So ਸਮਝ ਆ ਗਈ ਨਾ ਮੇਰੀ ਗੱਲ ਤੁਸੀਂ ਕਿ ਇਹਦੇ 'ਚ ਬੇਸਿਕ ਪਰਪਸ ਕੀ ਆ। ਇਹਨਾਂ ਨੇ ਕਿ 6 ਚੀਜ਼ਾਂ ਦਾ ਪ੍ਰੋਸੈਸ ਬਣਾਤਾ ਜਾਂ ਇਹਦੇ ਵਿੱਚ 6 ਵੇਰੀਏਬਲਸ ਨੂੰ ਸਟੱਡੀ ਕੀਤਾ ਜਾਂਦਾ। ਮੇਨ ਪਰਪਸ ਕੀ ਹੁੰਦਾ ਕਿ ਕਸਟਮਰ ਨੂੰ ਆਪਾਂ ਮੈਕਸਿਮਮ ਕੀ ਕਰਨਾ ਵਾ, ਸੈਟਿਸਫਾਈ ਕਰਨਾ। ਲਾਈਫ ਸਾਈਕਲ ਕਾਸਟਿੰਗ। ਦੇਖੋ ਬੇਟੇ ਪ੍ਰੋਡਕਟ ਦਾ ਨਾ ਇੱਕ ਲਾਈਫ ਸਾਈਕਲ ਹੁੰਦਾ। ਕੀ ਲਾਈਫ ਸਾਈਕਲ ਹੁੰਦਾ ਵਾ, ਜਿੱਦਾਂ ਲਾਈਫ ਸਾਈਕਲ ਦੇ ਵਿੱਚ ਕੀ ਕਹਿ ਸਕਦੇ, ਲਾਈਫ ਸਾਈਕਲ ਕਹਿੰਦਾ ਲਾਈਫ ਸਾਈਕਲ ਕਾਸਟਿੰਗ ਐਨਾਲਿਸਿਸ ਮੀਨਸ ਇਹ ਮੈਨੇਜਮੈਂਟ ਦੱਸਦੀ ਆ ਕਿ ਇੱਕ ਪ੍ਰੋਡਕਟ ਦੀ ਲਾਈਫ ਸਾਈਕਲ ਦੇ ਵਿੱਚ ਕਿੰਨੀ ਕਾਸਟ ਇਨਵੋਲਵ ਹੁੰਦੀ ਹੈ। ਜਦੋਂ ਪ੍ਰੋਡਕਟ ਲਾਂਚ ਹੁੰਦਾ, ਇੰਟਰੋਡਕਸ਼ਨ ਹੁੰਦਾ, ਉਦੋਂ ਕਾਸਟ ਜ਼ਿਆਦਾ ਇਨਵੋਲਵ ਹੁੰਦੀ ਆ। ਫਿਰ ਪ੍ਰੋਡਕਟ ਦੀ ਗਰੋਥ ਹੁੰਦੀ ਆ, ਫਿਰ ਉਸ ਤੋਂ ਘੱਟ ਜਾਂਦੀ ਆ, ਫਿਰ ਉਹ ਮੈਚਿਓਰ ਹੋ ਜਾਂਦਾ ਵਾ, ਮਤਲਬ ਤੁਹਾਡੀ ਮਾਰਕੀਟ ਬਣ ਗਈ ਆ, ਸੈਚੂਰੇਸ਼ਨ ਆ ਜਾਂਦੀ ਹੈ, ਉੱਥੇ ਤੁਹਾਨੂੰ ਐਡ ਦੀ ਘੱਟ ਲੋੜ ਪੈਂਦੀ ਹੈ, ਫਿਰ ਡਿਕਲਾਈਨ ਆ ਜਾਂਦਾ, ਫਿਰ ਤੁਹਾਨੂੰ ਨਵਾਂ ਪ੍ਰੋਡਕਟ ਲਾਂਚ ਕਰਨਾ ਪੈਂਦਾ। ਸੋ ਯੂ ਵਿਲ ਹੈਵ ਟੂ ਮੈਨੇਜ ਈਚ ਐਂਡ ਐਵਰੀ ਫੇਜ਼ ਆਫ ਲਾਈਫ ਸਾਈਕਲ ਆਫ ਦਾ ਪ੍ਰੋਡਕਟ। ਆ ਦੇਖੋ ਇਹਨਾਂ ਨੇ ਦੱਸਿਆ ਵੀ ਹੋਇਆ ਪ੍ਰੋਸੈਸ ਆਫ ਲਾਈਫ ਸਾਈਕਲ ਕਿ ਸਭ ਤੋਂ ਪਹਿਲਾਂ ਮਤਲਬ ਕੀ ਇਹਦੇ 'ਚ ਇਨਵੋਲਵ ਹੁੰਦਾ। LCC ਇਨਵੋਲਵ ਲਾਈਫ ਸਾਈਕਲ ਕਾਸਟਿੰਗ, ਆਈਡੈਂਟੀਫਾਈ ਇੰਡੀਵਿਜੂਅਲ ਕਾਸਟ ਰਿਲੇਟਡ ਟੂ ਪ੍ਰੋਕਿਉਰਮੈਂਟ, ਰੈਕਰਿੰਗ ਕਾਸਟ, ਪ੍ਰੋਕਿਉਰਮੈਂਟ ਕਾਸਟ, ਫਿਰ ਇੰਪਲੀਮੈਂਟੇਸ਼ਨ ਕਰਨਾ, ਇਨੀਸ਼ੀਅਲ ਉਹਨਾਂ ਨੂੰ ਟ੍ਰੇਨਿੰਗ ਦੇਣਾ, ਫੈਸਿਲਿਟੀਜ਼ ਪ੍ਰੋਵਾਈਡ ਕਰਨਾ। ਮਤਲਬ ਉਹ ਇਹੀ ਕਹਿਣਾ ਚਾਹੁੰਦੇ ਰੀਟ੍ਰੇਨਿੰਗ। ਦੇਖੋ ਇਹਨਾਂ ਨੇ ਇਹ ਕਿਹਾ ਹੋਇਆ ਵਾ ਕਿ ਲਾਈਫ ਸਾਈਕਲ ਕਾਸਟਿੰਗ ਦੇ ਵਿੱਚ ਕਈ ਪ੍ਰੋਸੈਸ ਇਨਵੋਲਵ ਹੁੰਦੇ ਨੇ ਅਤੇ ਆਪਾਂ ਨੂੰ ਪਹਿਲਾਂ ਹਰੇਕ ਪ੍ਰੋਸੈਸ ਨੂੰ ਆਈਡੈਂਟੀਫਾਈ ਕਰਨਾ ਪੈਂਦਾ ਅਤੇ ਹਰੇਕ ਪ੍ਰੋਸੈਸ ਦੀ ਕਾਸਟ ਨੂੰ ਕੀ ਕਰਨਾ ਪੈਂਦਾ, ਮਿਨੀਮਾਈਜ਼ ਕਰਨਾ ਪੈਂਦਾ। ਦੋਨੋਂ ਪੁਆਇੰਟ ਆਲਮੋਸਟ ਸੇਮ ਜਿਹੀ ਆ ਰਾਜੇ। ਇਹਦੇ ਵਿੱਚ 2 ਤਰ੍ਹਾਂ ਦੀ ਕਾਸਟ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਰੈਕਰਿੰਗ ਕਾਸਟ, ਉਹਨਾਂ 'ਤੇ ਕੰਟਰੋਲ ਜ਼ਿਆਦਾ ਕਰਨਾ ਪੈਂਦਾ ਬੇਟੇ,
ਕਿਉਂਕਿ ਉਹ ਬਾਰ-ਬਾਰ ਹੋਣੀਆਂ ਨੇ। ਜਿਹੜੀ ਵਨ ਟਾਈਮ ਆ ਉਹ ਤਾਂ ਫਿਰ ਉੱਥੇ ਖਤਮ ਹੋ ਜਾਏ। ਉਸ ਤੋਂ ਬਾਅਦ ਆਉਂਦਾ ਜੀ ਐਕਟੀਵਿਟੀ ਬੇਸਡ ਮੈਨੇਜਮੈਂਟ ਇਜ਼ ਮਚ ਬ੍ਰੋਡਰ ਕੰਸੈਪਟ ਦੈਨ ABC। ਇਟ ਰੈਫਰਸ ਟੂ ਦ ਮੈਨੇਜਮੈਂਟ ਫਿਲੋਸਫੀ ਦੈਟ ਫੋਕਸ ਔਨ ਪਲੈਨਿੰਗ ਐਗਜ਼ੀਕਿਊਸ਼ਨ ਐਂਡ ਮੈਜਰਮੈਂਟ ਆਫ ਦ ਐਕਟੀਵਿਟੀ ਐਜ਼ ਟੂ ਕੀ ਟੂ ਕੰਪੀਟੀਟਿਵ ਐਡਵਾਂਟੇਜ। ਰਾਜੇ ABC ਐਨਾਲਿਸਿਸ ਕੀ ਕਹਿੰਦੀ ਹੈ ਕਿ ਇਹਦੇ 'ਚ ਮੈਨੇਜਮੈਂਟ ਨੂੰ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਨੀਆਂ ਚਾਹੀਦੀਆਂ ਉਹਨਾਂ ਦੀਆਂ ਮੇਜਰ ਐਕਟੀਵਿਟੀਜ਼ ਕੀ ਉਹਨਾਂ ਦੇ ਮੇਨ ਕੰਮ ਆ। ਫਿਰ ਉਹਨਾਂ ਨੂੰ ਕਾਸਟ ਟੂਲ ਪ੍ਰੋਵਾਈਡ ਕਰ ਦੇਣੇ ਚਾਹੀਦੇ, ਕਿਆ ਐਕਟੀਵਿਟੀਜ਼ 'ਚ ਇੰਨੀ ਕਾਸਟ ਇਨਵੋਲਵ ਹੋਣੀ ਚਾਹੀਦੀ ਹੈ। ਕਾਸਟ ਟੂਲ ਪ੍ਰੋਵਾਈਡ ਕਿ ਤੁਸੀਂ ਕਾਸਟ ਮਤਲਬ ਇੰਨੀ ਕੁ ਕਾਸਟ ਤੁਸੀਂ ਰੱਖਣੀ ਆ। ਫਿਰ ਡਿਟਰਮਾਈਨਿੰਗ ਦਾ ਕਾਸਟ ਡਰਾਈਵਰ ਫॉर ਈਚ ਐਕਟੀਵਿਟੀ, ਕਿਹੜੇ ਕਾਸਟ ਡਰਾਈਵਰਸ ਵਿੱਚ ਇਨਵੋਲਵ ਹੈਗੇ। ਮਤਲਬ ਬੇਸਿਕਲੀ ਐਕਟੀਵਿਟੀ ਬੇਸਡ ਮੈਨੇਜਮੈਂਟ ਦਾ ਮੇਨ ਇਹ ABC ਐਨਾਲਿਸਿਸ ਤੋਂ ਕਨਸੈਪਟ ਵੱਡਾ ਵਾ, ਕਿਉਂਕਿ ਇਹ ਜਿਹੜਾ ਫੋਕਸ ਕਰਦੀ ਆ ਪਲੈਨਿੰਗ ਐਗਜ਼ੀਕਿਊਸ਼ਨ ਐਂਡ ਮੈਜਰਮੈਂਟ ਆਫ ਦਾ। ਪਹਿਲਾਂ ਨੇ ਪਲਾਨ ਕਰ ਲੈਣਾ ਕਿ ਇੰਨੀ ਕਾਸਟ ਹੋਣੀ ਚਾਹੀਦੀ ਹੈ, ਫਿਰ ਉਹਨੂੰ ਐਗਜ਼ੀਕਿਊਟ ਕਰਾਉਣਾ ਪ੍ਰੋਗਰਾਮ ਨੂੰ, ਫਿਰ ਉਹਨੇ ਮੈਜਰ ਕਰਨਾ ਕਿ ਜਿੰਨਾ ਸੋਚਿਆ ਸੀ ਉਨਾ ਹੀ ਹੈਗਾ, ਤਾਂ ਹੀ ਕੰਪੀਟੀਟਿਵ। ਜਸਟ ਲਾਈਕ ਕੰਟਰੋਲਿੰਗ ਟੈਕਨੀਕ ਨਹੀਂ ਹੁੰਦੀ ਕਿ ਪਹਿਲਾਂ ਸਟੈਂਡਰਡ ਸੈੱਟ ਕਰ ਦਿਓ, ਫਿਰ ਐਕਚੁਅਲ ਪਰਫਾਰਮੈਂਸ ਦੇਖੋ, ਫਿਰ ਮੈਜਰ ਕਰੋ। ਐਕਟੀਵਿਟੀ ਬੇਸਡ ਮੈਨੇਜਮੈਂਟ ਇਹੀ ਹੈ। ਸੋ ਇਹ ਸੀਗਾ ਰਾਜੇ ਤੁਹਾਡਾ ਨੀਡ, ਇੰਪੋਰਟੈਂਸ ਐਂਡ ਏਰੀਆਜ਼ ਆਫ ਕਾਸਟ ਮੈਨੇਜਮੈਂਟ। ਠੀਕ ਹੈ, ਐਪਲੀਕੇਸ਼ਨਸ ਆਫ ਕਾਸਟ ਮੈਨੇਜਮੈਂਟ ਇਨ। ਤੋਂ ਜਿਹੜਾ ਪਿਛਲਾ ਟੌਪਿਕ ਸੀਗਾ ਬੇਟੇ ਉਹ ਡਿਫਰੈਂਟ ਏਰੀਆਜ਼ ਸੀਗੇ ਜਾਂ ਉਹ ਸਕੋਪ ਕਹਿ ਸਕਦੇ ਹੋ। ਇਹ ਹੈਗਾ ਵਾ ਐਪਲੀਕੇਸ਼ਨਸ ਜੋ ਕਿ ਤੁਹਾਡੇ ਸਿਲੇਬਸ 'ਚ ਆ ਕਿ ਕਾਸਟ ਮੈਨੇਜਮੈਂਟ ਕਿਵੇਂ ਇੰਡੀਅਨ ਐਂਟਰਪ੍ਰਾਈਜ਼ਸ ਨੂੰ ਹੈਲਪ ਕਰਦੀ ਆ ਜਾਂ ਕਿੱਥੇ ਕਿੱਥੇ ਇਹਦੇ ਬੈਨੀਫਿਟਸ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਪ੍ਰੋਡਕਟ ਕਾਸਟਿੰਗ 'ਚ ਬੈਨੀਫਿਟ ਆ ਕਿ ਕਾਸਟ ਮੈਨੇਜਮੈਂਟ ਦੇ ਥਰੂ ਅਸੀਂ ਪ੍ਰੋਡਕਟ ਦੀ ਵੇਸਟੇਜ ਨੂੰ ਘਟਾ ਦਿੰਦੇ ਹਾਂ, ਮਿਨੀਮਮ ਕਰ ਦਿੰਦੇ ਹਾਂ, ਜਿਹਦੇ ਨਾਲ ਪ੍ਰੋਡਕਟ ਦੀ ਕਾਸਟ ਆਟੋਮੈਟਿਕਲੀ ਘਟ ਜਾਂਦੀ ਆ ਅਤੇ ਇਹਦੇ ਨਾਲ ਦੋਨਾਂ ਨੂੰ ਫਾਇਦਾ ਹੁੰਦਾ ਵਾ। ਕੰਪਨੀ ਨੂੰ ਪ੍ਰੋਫਿਟੇਬਿਲਿਟੀ ਵੱਧ ਜਾਂਦੀ ਆ ਅਤੇ ਕਸਟਮਰ ਲਈ ਵਧੀਆ ਪ੍ਰੋਡਕਟ ਅਫੋਰਡੇਬਲ ਹੋ ਜਾਂਦਾ। ਨੈਕਸਟ ਹੈਗਾ ਵਾ ਮੇਕ ਔਰ ਬਾਏ ਡਿਸੀਜ਼ਨ। ਜਿਹੜੀ ਕਾਸਟ ਮੈਨੇਜਮੈਂਟ ਆ ਇਹ ਸਾਨੂੰ ਹੈਲਪ ਕਰਦੀ ਆ ਟੂ ਆਊਟਸੋਰਸ ਅ ਕੰਪੋਨੈਂਟ ਕੁਡ ਰਿਜ਼ਲਟ ਇਨ ਨੰਬਰ ਆਫ ਐਕਟੀਵਿਟੀ। ਦੇਖੋ ਇਹ ਸਾਨੂੰ ਹੈਲਪ ਕਰਦੀ ਆ ਕਿ ਸਾਨੂੰ ਜਿਹੜਾ ਰॉ ਮਟੀਰੀਅਲ ਆ ਯਾਨੀ ਕਿ ਜਿਹੜਾ ਕੋਈ ਵੀ ਕੰਮ ਆ ਉਹ ਆਪਣੇ ਲੈਵਲ 'ਤੇ ਕਰਨਾ ਚਾਹੀਦਾ ਵਾ ਜਾਂ ਬਣਿਆ ਬਣਾਇਆ ਚੀਜ਼ ਖਰੀਦਣੀ। ਇਹ ਮਤਲਬ ਦੇਅਰ ਆਰ ਵੇਰੀਅਸ ਕਾਸਟ ਐਨਾਲਿਸਿਸ ਟੈਕਨੀਕਸ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਜਿਹੜੀਆਂ ਸਾਡੀਆਂ ਕਾਸਟ ਮੈਨੇਜਮੈਂਟ ਦੀਆਂ ਟੈਕਨੀਕਸ ਨੇ, ਜਿਹੜੀਆਂ ਇਸ ਚੀਜ਼ ਦੇ ਵਿੱਚ ਸਾਡੀ ਮਦਦ ਕਰਦੀਆਂ ਨੇ ਕਿ ਸਾਨੂੰ ਜਿਹੜਾ ਰॉ ਮਟੀਰੀਅਲ ਆ ਜਿਹੜਾ ਅਸੀਂ ਬਾਹਰੋਂ ਚੱਕ ਰਹੇ ਹਾਂ ਉਹ ਚੱਕਣਾ ਖਰੀਦਣਾ ਵਧੀਆ ਵਾ ਜਾਂ ਅਸੀਂ ਆਪ ਹੀ ਬਣਾ ਲਈਏ। ਉਹ ਵੀ ਸਮਝ ਆ ਗਈ ਨਾ, ਮੇਕ ਔਰ ਬਾਏ। ਉਸ ਤੋਂ ਬਾਅਦ ਮਾਰਕੀਟਿੰਗ ਚੈਨਲਸ ਡਿਸੀਜ਼ਨ ਕਿ ਆਪਾਂ ਕਸਟਮਰ ਤੱਕ ਕਿਵੇਂ ਪਹੁੰਚ ਸਕਦੇ ਹਾਂ। ਇਹ ਵੀ ਇੱਕ ਵੇ ਆ, ਮਤਲਬ ਆਪਾਂ ਕਸਟਮਰ ਤੱਕ ਕਿਵੇਂ ਪਹੁੰਚ ਸਕਦੇ ਹਾਂ, ਇਹ ਵੀ ਸਾਨੂੰ ਕਾਸਟ ਮੈਨੇਜਮੈਂਟ ਐਨਾਲਿਸਿਸ ਹੈਲਪ ਕਰਦਾ ਵਾ। ਦੇਅਰ ਆਰ ਡਿਫਰੈਂਟ ਵੇਜ਼ ਬਟ ਯੂ ਸ਼ੁੱਡ ਯੂਜ਼ ਦਾ ਕਾਸਟ ਇਫੈਕਟਿਵ ਵੇਜ਼ ਜਿਹਦੇ ਵਿੱਚ ਕਾਸਟ ਇਨਵੋਲਵ ਘੱਟ ਹੋਵੇ। ਸਮਝ ਆ ਗਈ ਨਾ ਮੇਰੀ ਗੱਲ। ਹੋਰ ਕਾਸਟ ਮੈਨੇਜਮੈਂਟ ਕੀ ਹੈ ਯਾਰ, ਹੋਰ ਇਹਦਾ ਕੀ ਕੰਮ ਆ? ਇਹੀ ਆ ਕਿ ਕਾਸਟ ਨੂੰ ਮਿਨੀਮਾਈਜ਼ ਕਰਨਾ। ਹੋਰ ਕੀ ਕਰਨਾ ਇਹਨੇ ਵੇਸਟੇਜ ਨੂੰ ਘਟਾ ਕੇ। ਉਸ ਤੋਂ ਬਾਅਦ ਪ੍ਰੋਡਕਟ ਡਿਜ਼ਾਈਨ, ਵਟ ਵਿਲ ਬੀ ਯੂਅਰ ਪ੍ਰੋਡਕਟ ਡਿਜ਼ਾਈਨ, ਵਟ ਵਿਲ ਬੀ ਦਾ ਕਹਿੰਦਾ ਡਿਜ਼ਾਈਨਰ ਜਨਰਲੀ ਡੂ ਨੋਟ ਹੈਵ ਕਾਸਟ ਇਨਫੋਰਮੇਸ਼ਨ। ਸੋ ਉਹਨਾਂ ਨੂੰ ਵੀ ਹੈਲਪ ਕਰਨਾ ਚਾਹੀਦਾ। ਡਿਜ਼ਾਈਨਰ ਤਾਂ ਆਪਣਾ ਡਿਜ਼ਾਈਨ ਬਣਾ ਕੇ ਉਹ ਜਾਂਦੇ ਨੇ, ਉਹ ਕਾਸਟ ਤਾਂ ਦੇਖਦੇ ਨਹੀਂ ਇਹਦੇ 'ਚ ਕਾਸਟ ਕਿੰਨੀ ਇਨਵੋਲਵ ਹੁੰਦੀ ਆ। ਸੋ ਕਾਸਟ ਮੈਨੇਜਮੈਂਟ ਐਨਾਲਿਸਿਸ ਆ ਜਿਹੜਾ ਉਹ ਇੱਥੇ ਵੀ ਹੈਲਪਫੁਲ ਆ ਪ੍ਰੋਡਕਟ ਦੀ ਡਿਜ਼ਾਈਨਿੰਗ ਦੇ ਵਿੱਚ। ਠੀਕ ਹੈ ਨਾ, ਦੇ ਸ਼ੁੱਡ ਯੂਜ਼ ਦਾ ਕਾਸਟ ਐਫੀਸ਼ੀਐਂਟ ਡਿਜ਼ਾਈਨ ਟੈਕਨੀਕਸ। ਨਿਊ ਪ੍ਰੋਡਕਟ ਦੀ ਜਦੋਂ ਵੀ ਡਿਵੈਲਪਮੈਂਟ ਕਰਨੀ ਆ, ਦੇ ਡੋਂਟ ਹੈਵ ਪੇ ਐਨੀ more attention to the product design but they should also focus on the cost involved in it। ਸਮਝ ਗਏ ਨਾ ਮੇਰੀ ਗੱਲ, ਠੀਕ ਹੈ ਨਾ। ਉਸ ਤੋਂ ਬਾਅਦ ਐਕਟੀਵਿਟੀ ਐਨਾਲਿਸਿਸ, ਈਚ ਐਂਡ ਐਵਰੀ ਐਕਟੀਵਿਟੀ ਆਫ ਐਨ ਆਰਗੇਨਾਈਜੇਸ਼ਨ ਮਸਟ ਬੀ ਪ੍ਰੋਪਰਲੀ ਐਨਾਲਾਈਜ਼ ਤਾਂ ਕਿ ਅਨਨੈਸੈਸਰੀ ਐਕਟੀਵਿਟੀਜ਼ ਨੂੰ ਆਪਾਂ ਕੀ ਕਰ ਸਕੀਏ, ਡਿਲੀਟ ਕਰ ਸਕੀਏ। ਸਮਝ ਆ ਗਿਆ ਮੇਰੀ ਗੱਲ। ਸੋ ਇਹ ਸੀਗਾ ਰਾਜੇ ਤੁਹਾਡੀਆਂ ਐਪਲੀਕੇਸ਼ਨਸ। ਹੁਣ ਤੁਹਾਡਾ ਇਹ ਕੁਐਸਚਨ ਜਿਹੜਾ ਕੰਪਲੀਟ ਹੋਇਆ ਕਾਸਟ ਮੈਨੇਜਮੈਂਟ ਦੀਆਂ ਐਪਲੀਕੇਸ਼ਨਸ, ਉਹਦੀ ਇੰਪੋਰਟੈਂਸ ਤੇ ਡਿਫਰੈਂਟ ਏਰੀਆਜ਼। ਥੈਂਕ ਯੂ।